ਅੱਜ ਅਜਨਾਲਾ ਹਲਕੇ ਦੇ ਅੰਦਰ ਜਿਸ ਤਰ੍ਹਾਂ ਦਾ ਲੋਕਾਂ ਦਾ ਉਤਸ਼ਾਹ ਤੇ ਜਿਸ ਤਰ੍ਹਾਂ ਹੁਮਾ ਕੇ ਸਾਰੇ ਲੋਕ ਉੱਥੇ ਆਏ, ਉਹਨਾਂ ਦੇ ਸਾਰਿਆਂ ਦੇ ਚਿਹਰੇ ਤੇ ਇੱਕ ਬੜੀ ਚਿੰਤਾ ਦੇ ਨਾਲ ਇੱਕ ਗੁੱਸਾ ਜਿਹੜਾ ਹੈ ਉਹ ਉਹਨਾਂ ਦੇ ਚਿਹਰਿਆਂ ਤੋਂ ਝਲਕ ਰਿਹਾ ਸੀਗਾ। ਤੇ ਅੱਜ ਜਿਹੜਾ ਸਮੱਸਿਆ ਪੰਜਾਬ ਦੇ ਸਾਹਮਣੇ ਦਰਪੇਸ਼ ਹੈ, ਧਿਆਨ ਕਰਿਓ, ਮੈਂ ਕਹਿ ਰਿਹਾ ਪੰਜਾਬ ਦੇ ਸਾਹਮਣੇ, ਕਿਉਂਕਿ ਇਹ ਮਸਲਾ ਸਿਰਫ ਹੁਣ ਕਿਸਾਨੀ ਦਾ ਨਹੀਂ, ਆਹ ਮਸਲਾ ਪੰਜਾਬ ਦਾ ਹੈ, ਪੰਜਾਬ ਦੇ ਅਰਥਚਾਰੇ ਦਾ ਹੈ, ਪੰਜਾਬ ਦੇ ਭਵਿੱਖ ਦਾ ਹੈ, ਪੰਜਾਬ ਦੀ ਜਵਾਨੀ ਦਾ ਹੈ। ਕਿਸਾਨੀ ਦਾ ਤਾਂ ਹੈ ਹੀ ਹੈ ਨਾਲ ਤੇ ਪੰਜਾਬ ਦੇ ਅਰਥਚਾਰੇ ਦੇ ਉੱਤੇ ਜਿਹੜਾ ਮਾੜਾ ਪ੍ਰਭਾਵ, ਜਿਸ ਕਿਸਮ ਦੇ ਕਦਮ ਕੇਂਦਰ ਸਰਕਾਰ ਚੁੱਕ ਰਹੀ ਹੈ, ਉਹ ਬੜੇ ਹੀ ਮੰਦਭਾਗੇ ਤੇ ਚਿੰਤਾਜਨਕ ਹੈ। ਕਾਲੇ ਕਾਨੂੰਨ ਕੇਂਦਰ ਸਰਕਾਰ ਨੇ ਬਣਾਏ, ਕਾਲੇ ਕਾਨੂੰਨ ਬਣਾਏ, ਕਿਸਾਨਾਂ ਦਾ ਨਾਮ ਲੈ ਕੇ ਬਣਾਏ, ਪਰ ਅਸਲ ਮਾਇਨਿਆਂ ਦੇ ਅੰਦਰ ਆ ਜਿਹੜੇ ਕਾਨੂੰਨ ਸੀਗੇ ਆ ਸ਼ਾਹੂਕਾਰਾਂ ਵਾਸਤੇ ਬਣੇ ਸੀਗੇ। ਕਿਸਾਨੀ ਦੀ ਕਬਰ ਖੋਦਣ ਦਾ ਕੰਮ ਕੀਤਾ ਹੈ ਇਹਨਾਂ ਕਾਲੇ ਕਾਨੂੰਨਾਂ ਨੇ। ਪੰਜਾਬ ਦੇ ਕਿਸਾਨ ਨੂੰ ਮਜ਼ਦੂਰ ਬਣਾਉਣ ਦਾ ਇੱਕ ਬਹੁਤ ਹੀ ਸਾਜ਼ਿਸ਼, ਵੱਡੇ ਪੱਧਰ ਤੇ ਸਾਜ਼ਿਸ਼ ਕਰਕੇ ਆ ਸਾਰਾ ਕੁਝ ਰਚਿਆ ਗਿਆ। ਇਕੱਲੇ ਪੰਜਾਬ ਤਾਂ ਹੀ ਸੀਮਿਤ ਨਹੀਂ ਰਹਿਣਾ, ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪੰਜਾਬ ਨੂੰ ਸਬਕ ਸਿਖਾ ਕੇ ਸਾਰੇ ਹਿੰਦੁਸਤਾਨ ਦੇ ਅੰਦਰ ਇੱਕ ਮੈਸੇਜ ਭੇਜਣ ਦਾ ਪ੍ਰਯਾਸ ਬੀਜੇਪੀ ਦੀ, ਮੋਦੀ ਸਾਹਿਬ ਦੀ ਸਰਕਾਰ ਕਰ ਰਹੀ ਹੈ। ਮੈਂ ਬੜਾ ਸੋਚ ਸਮਝ ਕੇ ਜਿਹੜਾ ਸ਼ਬਦ ਇਸਤੇਮਾਲ ਕੀਤਾ ਹੈ, ਸਬਕ ਸਿਖਾਉਣ ਦਾ, ਕਿਉਂਕਿ ਜਿਸ ਕਿਸਮ ਦੇ ਪ੍ਰਯਾਸ ਚੱਲ ਰਹੇ ਕੇਂਦਰ ਸਰਕਾਰ ਦੇ, ਪਹਿਲਾਂ ਸਾਡੀ GST ਦੀ ਬਕਾਇਆ ਰਾਸ਼ੀ ਜਿਹੜੀ ਕੱਲ੍ਹ ਵੀ ਕੈਪਟਨ ਸਾਹਿਬ ਨੇ ਜ਼ਿਕਰ ਕੀਤਾ, ਸਪਟੈਂਬਰ ਮਹੀਨੇ ਤਾਈਂ ਦੀ 9,500 ਕਰੋੜ ਰੁਪਈਆ ਉਹਨਾਂ ਨੇ ਰੋਕ ਰੱਖੀ ਹੈ। ਉਹਦੇ ਬਾਅਦ ਜਿਸ ਤਰ੍ਹਾਂ ਬਲੌਕੇਡ ਕੀਤਾ ਜਾਂਦਾ ਹੈ, ਮੈਂ ਕੱਲ੍ਹ ਵੀ ਗੁਜ਼ਾਰਿਸ਼ ਕੀਤੀ ਸੀ, ਅੱਜ ਮੈਂ ਫਿਰ ਤੁਹਾਡੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਤੇ ਕੇਂਦਰ ਦੇ ਸਰਕਾਰ ਤਾਈਂ ਵੀ ਆਵਾਜ਼ ਪਹੁੰਚਾਉਣਾ ਚਾਹੁੰਦਾ ਕਿ ਇਸ ਕਿਸਮ ਦਾ ਬਲੌਕੇਡ, ਨਾਕਾਬੰਦੀ ਜਿਹੜੀ ਕੀਤੀ ਜਾਂਦੀ ਹੈ, ਅਜਨਾਲਾ ਸਾਹਿਬ ਬੈਠੇ ਹੈ, ਸੱਚਰ ਸਾਹਿਬ ਬੈਠੇ ਹੈ, DC ਸਾਹਿਬ ਬੈਠੇ ਹੈ, ਭਲਾਈਪੁਰ ਸਾਹਿਬ ਬੈਠੇ ਹੈ, ਸਾਰੇ ਅੱਛੀ ਤਰ੍ਹਾਂ ਸਮਝਦੇ ਹੈ ਵੀ ਜਦੋਂ ਅਮਰੀਕਾ ਦਾ ਕਿਊਬਾ ਦੇ ਨਾਲ ਤੇ ਰਸ਼ੀਆ ਦੇ ਨਾਲ ਜਦੋਂ ਪਿਆ ਸੀ ਬੇ ਆਫ ਪਿਗਸ, ਤੁਹਾਨੂੰ ਯਾਦ ਹੈ, ਕਿਊਬਾ ਦਾ ਬਲੌਕੇਡ ਕੀਤਾ ਸੀਗਾ ਅਮਰੀਕਾ ਨੇ, ਜਾਂ ਸਟ੍ਰੇਟ ਆਫ ਹਾਰਮੂਜ਼ ਦੇ ਅੰਦਰ ਈਰਾਨ ਦਾ ਜਦੋਂ ਬਲੌਕੇਡ ਕਰਨ ਦੀ ਨੌਬਤ ਆਉਂਦੀ ਹੈ ਤੇ ਅਮਰੀਕਾ ਆਪਣਾ ਬੇੜਾ ਭੇਜਦਾ ਹੈ। ਇਕਨੋਮਿਕ ਸੈਂਕਸ਼ਨਸ ਐਂਡ ਬਲੌਕੇਡ, ਇਹ ਅੰਤਰਰਾਜੀ ਪੱਧਰ ਦੇ ਉੱਤੇ ਜਦੋਂ ਅਮਰੀਕਾ ਦਾ ਪੇਚਾ ਕਿਤੇ, ਹੁਣ ਇਕਨੋਮਿਕ ਸੈਂਕਸ਼ਨ ਉਹਨਾਂ ਨੇ ਰਸ਼ੀਆ ਦੇ ਖਿਲਾਫ ਲਾ ਰੱਖੀਆਂ ਵੀ ਯੂਕਰੇਨ ਦੇ ਨਾਲ ਉਹਨਾਂ ਦਾ ਮਸਲਾ ਹੈ ਤਾਂ ਇਕਨੋਮਿਕ ਸੈਂਕਸ਼ਨਸ ਲਾਤੀਆਂ। ਇੱਥੇ ਪੰਜਾਬ ਹਿੰਦੁਸਤਾਨ ਦਾ ਇੱਕ ਅਟੂਟ ਅੰਗ ਹੈ, ਕੱਲਾ ਅੰਗ ਹੀ ਨਹੀਂ, ਦਿਸ ਇਜ਼ ਦਾ ਸੋਰਡ ਆਰਮ ਆਫ ਇੰਡੀਆ। ਜਦੋਂ ਕਿਤੇ ਭੀੜ ਪਈ ਹੈ ਹਿੰਦੁਸਤਾਨ ਦੇ ਉੱਤੇ ਤੇ ਪੰਜਾਬ ਨੇ ਅੱਗੇ ਹਿੱਕ ਡਾ ਕੇ ਆਪਣੇ ਸੀਨੇ ਦੇ ਉੱਤੇ ਉਚੇਲੀਆਂ। ਪਲੀਜ਼ ਪੰਜਾਬ ਖੜਕ ਭੁਜਾ ਹੈ ਹਿੰਦੁਸਤਾਨ ਦੀ, ਸੋਰਡ ਆਰਮ ਆਫ ਇੰਡੀਆ। ਜਿਹਦੇ ਕਿਤੇ ਵੀ ਭੀੜ ਪਈ ਹੈ, ਚਾਹੇ ਕਾਰਗਿਲ ਸੀ, ਚਾਹੇ 62 ਸੀ, ਚਾਹੇ 65 ਸੀ, ਚਾਹੇ 71 ਸੀਗੀ, ਚਾਹੇ ਹੁਣ ਵੀ ਚਾਈਨਾ ਦੇ ਬਾਰਡਰ ਦੇ ਉੱਤੇ ਜੋ ਕੁਝ ਵੀ ਵਾਪਰਿਆ, ਚਾਹੇ ਸਾਡੇ ਨੌਜਵਾਨਾਂ ਨੂੰ, ਸਾਡੇ ਬਹਾਦਰ ਜਵਾਨਾਂ ਨੂੰ, ਫੌਜਦਿਆਂ ਨੂੰ ਚਾਹੇ ਹਥਿਆਰ ਨਹੀਂ ਮੁਹੱਈਆ ਕਰਵਾਏ, ਫਿਰ ਵੀ ਕੁਰਬਾਨੀਆਂ ਦੇਣ ਦੇ ਅੰਦਰ ਪੰਜਾਬ ਦਾ ਸਭ ਤੋਂ ਅੱਗੇ ਨਾਮ ਸੀਗਾ। ਪਰ ਉਸ ਪੰਜਾਬ ਨੂੰ ਸ਼ਾਬਾਸ਼ੇ ਦੇਣ ਦੀ ਬਜਾਏ ਕੇਂਦਰ ਅੱਜ ਸਬਕ ਸਿਖਾਉਣ ਦੇ ਉੱਤੇ ਤੁਲਿਆ ਹੋਇਆ ਹੈ। ਬਲੌਕੇਡ ਕੀਤਾ ਗਿਆ, ਰੇਲਵੇ ਬੰਦ ਕੀਤੀਆਂ ਗਈਆਂ, GST ਰੋਕਿਆ ਗਿਆ। ਕੇਂਦਰ ਸਰਕਾਰ ਦਾ ਜਿਹੜਾ ਟੈਕਸ ਇਕੱਠਾ ਹੁੰਦਾ, ਜਿਹੜਾ ਡਿਵਿਜ਼ੀਬਲ ਪੂਲ ਹੈ, ਜਿਹਨੂੰ ਇਹਨਾਂ ਨੇ ਬੱਲੇ ਲੈਣ ਦੇ ਵਿੱਚ ਜਿਹੜੇ ਅਕਾਲੀ ਭਾਈਵਾਲ ਸੀਗੇ, ਇਹਨਾਂ ਨੇ ਖੜੇ ਹੋ ਕੇ ਕਿਹਾ ਸੀ ਬਹੁਤ ਇਤਿਹਾਸਿਕ ਕਦਮ ਚੁੱਕਿਆ ਮੋਦੀ ਸਾਹਿਬ ਨੇ। ਜਿਹੜੀ ਰੇਸ਼ੋ ਸੀ ਸਟੇਟਸ ਦੀ ਵਧਾ ਕੇ ਜਿਹੜੀ 40 ਤੋਂ 42% ਕੀਤੀ ਗਈ ਸੀ, ਉਹਨੂੰ ਫਿਰ 30% ਤੇ ਕਰਨ ਦੀ ਪ੍ਰਯਾਸ ਕੀਤੇ ਜਾ ਰਹੇ। ਤੇ ਅੱਜ ਜਿਹੜਾ ਕੀਤਾ ਹੈ ਪੰਜਾਬ ਦੀ RDF, ਰੂਰਲ ਡਿਵੈਲਪਮੈਂਟ ਫੰਡ, ਪੇਂਡੂ ਵਿਕਾਸ ਫੰਡ ਦੇ ਜਿਹੜੇ ਪੈਸੇ ਹੈ, ਜਿਹੜੀ ਝੋਨੇ ਦੀ ਇਸ ਫਸਲ ਦੀ ਖਰੀਦ ਦੇ ਵਿੱਚ ਪੰਜਾਬ ਸਰਕਾਰ ਆਪਣੀ ਮੰਡੀਆਂ ਚੋਂ FCI ਤੋਂ ਚਾਰਜ ਕਰਦੀ ਹੈ, ਉਹਨੂੰ ਅੱਜ ਰੋਕਣ ਦੇ ਜਿਹੜੇ
ਇਹਨਾਂ ਦੇ ਇਰਾਦੇ ਸਾਹਮਣੇ ਆਏ ਹੈ ਕੇਂਦਰ ਸਰਕਾਰ ਦੇ। ਕਰੀਬਨ 1100 ਕਰੋੜ ਰੁਪਈਆ ਪੰਜਾਬ ਦਾ ਮਸਲਾ 1100 ਕਰੋੜ ਰੁਪਈਆ ਰੋਕਣ ਦਾ ਨਹੀਂ, ਮਸਲਾ ਪੰਜਾਬ ਦੇ ਘੁਟਨੇ ਟਿਕਾਉਣ ਵਾਸਤੇ, ਪੰਜਾਬ ਨੂੰ ਸਬਕ ਸਿਖਾਉਣ ਵਾਸਤੇ, ਕਿਉਂਕਿ ਪੰਜਾਬ ਨੇ ਹਿੰਮਤ ਦਿਖਾਈ ਹੈ। ਪੰਜਾਬ ਦੇ ਕੰਨੀ ਸਾਰਾ ਹਿੰਦੁਸਤਾਨ ਦੇਖ ਰਿਹਾ ਸੀਗਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਇਹਨੇ ਕਾਲੇ ਕਾਨੂੰਨਾਂ ਦੇ ਖਿਲਾਫ ਇੱਕ ਕਿਸਾਨ ਪੱਖੀ ਜਿਹੜੇ ਕਾਨੂੰਨ ਪਾਸ ਕੀਤੇ ਹੈ, ਉਹਦੇ ਕਰਕੇ ਅੱਜ ਪੰਜਾਬ ਨੂੰ ਸਬਕ ਸਿਖਾਉਣ ਦਾ ਪ੍ਰਯਾਸ ਕੀਤਾ ਜਾ ਰਿਹਾ ਸੀ। ਆਹ ਸੋਚ ਜਿਹੜੀ ਇਸ ਕਿਸਮ ਦੀ ਛੋਟੀ ਸੋਚ ਹੈ, ਇਹਦੇ ਨਾਲ ਵੱਡੇ ਮੁਲਕ ਨਹੀਂ ਚੱਲਦੇ ਹੁੰਦੇ। ਆ ਇੱਕ ਬਚਕਨਾ ਲੜਾਈ, ਜਿਸ ਤਰ੍ਹਾਂ ਕਾਲਜ ਦੇ ਅੰਦਰ, ਸਕੂਲ ਦੇ ਅੰਦਰ ਨੌਜਵਾਨ ਬੱਚੇ ਆਪਸ 'ਚ ਲੜ ਪੈਂਦੇ ਵੀ ਮੈਨੂੰ ਹੀਟਾਂ ਦਿਖਾਉਣਾ ਹੈ, ਮੈਨੂੰ ਨੀਵਾਂ ਕਰਨਾ ਹੈ। ਮੁਲਕ ਜਿਹੜੇ ਹੈ ਵੱਡੀ ਸੋਚ ਤੇ ਵੱਡੇ ਜਿਗਰੇ ਨਾਲ ਚੱਲਦੇ ਹੈ। ਤੇ ਆ ਜਿਹੜਾ ਕਨਫਰੰਟੇਸ਼ਨਿਸਟ ਐਟੀਟਿਊਡ ਹੈ ਸਰਕਾਰ ਦਾ, ਵੀ ਆਰ ਲੁਕਿੰਗ ਫਾਰ ਕੌਨਸੀਲੀਏਸ਼ਨ ਨਾਟ ਕਨਫਰੰਟੇਸ਼ਨ। ਚਾਈਨਾ ਨਾਲ ਝਗੜਾ ਹੁੰਦਾ ਹੈ, ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਫੋਰਨ ਮਿਨਿਸਟਰ ਜਿਹੜੇ ਹੈ ਉਹ ਜਾ ਕੇ ਕਹਿੰਦੇ ਹੈ ਵੀ ਵੁੱਡ ਨਾਟ ਲਾਈਕ ਅ ਡਿਸਪਿਊਟ ਡਿਫਰੈਂਸ ਟੂ ਬਿਕਮ ਅ ਡਿਸਪਿਊਟ। ਅਸੀਂ ਜਿਹੜਾ ਆਪਸ 'ਚ ਵਿਵਾਦ ਹੈ ਉਹਨੂੰ ਅਸੀਂ ਝਗੜੇ 'ਚ ਤਬਦੀਲ ਨਹੀਂ ਹੋਣ ਦਿਆਂਗੇ। ਪਰ ਇੱਥੇ ਜਿਹੜਾ ਮਸਲਾ ਕਿਸਾਨਾਂ ਨਾਲ ਗੱਲਬਾਤ ਕਰਕੇ ਸੁਲਝਾਇਆ ਜਾ ਸਕਦਾ ਹੈ, ਉੱਥੇ ਪੰਜਾਬ ਦੀ ਬਾਂਹ ਫੜਨ ਦੀ ਬਜਾਏ, ਇਫ ਯੂ ਮੇ ਪਰਮਿਟ ਮੀ, ਮੈਂ ਪੰਜਾਬੀ 'ਚ ਕਹਿਣਾ ਚਾਹੂੰਗਾ ਇਸ ਗੱਲ ਨੂੰ ਵੀ ਸਾਡੀ ਬਾਂਹ ਫੜਨ ਦੀ ਬਜਾਏ ਪੰਜਾਬ ਦੀ ਬਾਂਹ ਮਰੋੜ ਕੇ ਸਾਡੇ, ਮੈਂ ਸਮਝਦਾ ਪੰਜਾਬ ਦੇ ਘੁਟਨੇ ਟਿਕਾਉਣ ਦਾ ਪ੍ਰਯਾਸ ਮੋਦੀ ਸਰਕਾਰ ਕਰ ਰਹੀ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਜਿੱਥੇ ਸੰਘੀਏ ਢਾਂਚੇ ਦੇ ਖਿਲਾਫ ਹੈ, ਕੌਨਸਟੀਟਿਊਸ਼ਨ ਦੀ ਸਪਿਰਿਟ ਦੇ ਖਿਲਾਫ ਹੈ, ਉੱਥੇ ਹੀ ਕੇਂਦਰ ਸਰਕਾਰ ਦੇ ਸੀਨੀਅਰ ਮੋਸਟ ਮੰਤਰੀਜ਼, ਮੈਂ ਸ਼੍ਰੀ ਰਾਜਨਾਥ ਸਿੰਘ ਜੀ, ਤੋਮਰ ਸਾਹਿਬ, ਸਾਡੇ ਪੁਰੀ ਸਾਹਿਬ, ਪੰਜਾਬ ਦੇ, ਚਾਹੇ ਇੱਥੋਂ ਨਹੀਂ ਜਿੱਤ ਸਕੇ ਅੰਮ੍ਰਿਤਸਰ ਦੀ ਇਸ ਪਾਵਨ ਧਰਤੀ ਤੋਂ, ਪਰ ਉਹਨਾਂ ਨੇ ਵੀ ਇੱਥੇ ਲੋਕਾਂ ਨੇ ਵੋਟ ਦੇ ਕੇ ਉਹਨਾਂ 'ਤੇ ਆਸ ਵੱਜੀ ਸੀਗੀ, ਤੇ ਚਾਹੇ ਸੋਮ ਪ੍ਰਕਾਸ਼ ਜੀ, ਇਹਨਾਂ ਸਾਰਿਆਂ ਨੇ ਬਾਰ-ਬਾਰ ਜਦੋਂ ਆ ਕਾਲੇ ਕਾਨੂੰਨ ਲੈ ਕੇ ਆਏ, ਤੁਹਾਡੇ ਵੀ ਸਾਰਿਆਂ ਦੇ ਰਿਕਾਰਡ 'ਚ ਹੈ, ਬਿਕੋਜ਼ ਜਿਹੜਾ ਇਲੈਕਟ੍ਰੋਨਿਕ ਮੀਡੀਆ ਰਿਕਾਰਡਸ ਐਵਰੀ ਵਰਡ ਐਵਰੀਥਿੰਗ ਯੂ ਸੇ ਇਜ਼ ਔਨ ਰਿਕਾਰਡ। ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਵੀ ਆਹ ਜਿਹੜੇ ਪੰਜਾਬ ਸਰਕਾਰ ਗੱਲ ਕਰ ਰਹੀ ਹੈ ਵੀ ਸਾਡੇ ਜਿਹੜੇ, ਸਾਨੂੰ ਕਰੀਬਨ 5000 ਕਰੋੜ ਰੁਪਈਆ ਜਿਹੜਾ RDF ਮੰਡੀ ਟੈਕਸ ਦੇ ਰਾਹੀਂ ਇਕੱਠਾ ਹੁੰਦਾ ਹੈ, ਇਹਦੇ ਉੱਤੇ ਕੋਈ ਅਸਰ ਨਹੀਂ ਪਊਗਾ। ਕੋਈ ਵੀ ਜਿਹੜੀ ਖਰੀਦ ਹੈ ਜਿਹੜੀ ਪੰਜਾਬ ਸਰਕਾਰ ਦੀ ਮੰਡੀਆਂ ਦੇ ਅੰਦਰ ਹੁੰਦੀ ਹੈ, ਉਹਦੇ ਉੱਤੇ ਕਿਸੇ ਕਿਸਮ ਦਾ ਕਾਲੇ ਕਾਨੂੰਨਾਂ ਦਾ ਅਸਰ ਨਹੀਂ ਪੈਣਾ। ਅੱਜ ਜਿਹੜੇ RDF ਰੋਕੇ ਗਏ ਹੈ, ਅੱਜ ਤਾਈਂ ਤਾਂ ਉਹਨਾਂ ਦੇ ਵਾਅਦਿਆਂ ਦੀ ਸ਼ਾਹੀ ਵੀ ਨਹੀਂ ਸੁੱਕੀ। ਉਹ ਸਾਰੇ ਵਾਅਦੇ 15 ਦਿਨਾਂ ਦੇ ਅੰਦਰ ਜੁਮਲਾ ਬਣ ਚੁੱਕੇ ਹੈ। ਮੈਂ ਸਮਝਦਾ ਇੱਕ ਬਹੁਤ ਹੀ ਸ਼ਰਮਨਾਕ ਮੁਕਾਮ ਹੈ BJP ਵਾਸਤੇ, ਤੇ ਦੇਸ਼ ਦੀਆਂ ਸਰਕਾਰਾਂ ਇਸ ਕਿਸਮ ਦੇ ਝੂਠੇ ਜੁਮਲਿਆਂ ਤੇ ਨਹੀਂ ਚੱਲਦੀਆਂ। ਫੌਰੀ ਤੌਰ ਤੇ ਸੂਬਿਆਂ ਦੇ ਜਿਹੜੇ ਹਕੂਕ ਹੈ ਉਹਨਾਂ ਨੂੰ ਬਹਾਲ ਕੀਤੇ ਜਾਣ। ਪਹਿਲਾਂ ਸਾਡਾ ਖੇਤੀ ਚਾਰੇ ਦਾ ਜਿਹੜਾ ਅਰਥ ਸੀਗਾ ਉਹਨੂੰ ਇਹਨਾਂ ਨੇ ਆਪਣੇ ਦਾਇਰੇ 'ਚ ਲਿਆ। ਦੇਖੋ, ਇਹਨਾਂ ਨੇ ਸੂਬਿਆਂ ਦੀ ਤਾਕਤਾਂ ਲੈ ਲਈਆਂ, ਅਧਿਕਾਰ ਲੈ ਲਏ, ਜ਼ਿੰਮੇਵਾਰੀ ਨਹੀਂ ਲਈ। ਕਿਸਾਨ ਦੀ ਜ਼ਿੰਮੇਵਾਰੀ ਨਹੀਂ ਲੈਂਦੇ। ਅਸੀਂ ਕਿਸਾਨ ਤੇ ਪੰਜਾਬ ਸਰਕਾਰ ਮੰਗ ਕੀ ਰਹੀ ਹੈ, ਅਸੀਂ ਆਪਣੇ ਜਿਹੜੇ ਕਾਨੂੰਨ ਦੇ ਜ਼ਰੀਏ ਆਹ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਿਸਾਨ ਨੂੰ ਬਚਾਉਣ ਦੀ, ਕਿਸਾਨ ਨੂੰ ਪ੍ਰੋਟੈਕਟ ਕਰਨ ਦੀ, ਕਿਸਾਨ ਦੀ MSP ਉਹਨੂੰ ਮਿਲਦੀ ਰਹੇ। ਜਿਸ ਤਰ੍ਹਾਂ ਜਿਹੜਾ ਸਿਸਟਮ ਚੱਲ ਰਿਹਾ ਹੈ ਝੋਨੇ ਤੇ ਕਣਕ ਦੇ ਉੱਤੇ, ਉਹਦੇ ਵਿੱਚ ਕੋਈ ਛੇੜਛਾੜ ਨਾ ਹੋਵੇ, ਉਹਦੇ ਵਾਸਤੇ ਅਸੀਂ ਕਾਨੂੰਨ ਲੈ ਕੇ ਆਏ ਹਾਂ। ਸਾਡੇ ਉਹਦੇ ਉੱਤੇ ਜਿਹੜਾ ਇਹਨਾਂ ਨੇ ਆ ਚੋਟ ਮਾਰੀ ਹੈ, ਮੈਂ ਸਮਝਦਾ ਇਹਦੀ ਕੜੇ ਤੋਂ ਕੜੇ ਸ਼ਬਦਾਂ ਦੇ ਅੰਦਰ ਨਿੰਦਾ ਸਾਰੇ ਹਿੰਦੁਸਤਾਨ 'ਚ ਹੋਣੀ ਚਾਹੀਦੀ ਹੈ। ਪੰਜਾਬ ਕਾਂਗਰਸ ਕਰਦੀ ਹੈ, ਤੇ ਮੈਂ ਸਮਝਦਾ ਸਾਰਾ ਪੰਜਾਬ ਅੱਜ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਜੀ ਦੇ ਨਾਲ ਇਸ ਮਸਲੇ ਤੇ ਖੜਾ ਹੈ ਵੀ ਸਾਡੇ ਪੰਜਾਬ ਦੇ ਨਾਲ ਬਹੁਤ ਵੱਡਾ ਧੱਕਾ ਤੇ ਧੋਖਾ ਕੀਤਾ ਜਾ ਰਿਹਾ ਹੈ, ਜਿਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ। ਤੇ ਅੱਜ ਇਸੇ ਮਸਲੇ 'ਚ ਲੈ ਕੇ ਜਿਹੜੇ ਅਸੀਂ ਕਾਨੂੰਨ ਕੈਪਟਨ ਅਮਰਿੰਦਰ ਸਿੰਘ ਜੀ ਨੇ ਬਣਾਏ ਹੈ, ਉਹਨਾਂ ਦੇ ਧੰਨਵਾਦ। ਜਿਹੜੀ ਰੈਲੀ ਸੀਗੀ ਅਜਨਾਲਾ ਸਾਹਿਬ ਨੇ ਅੱਜ ਬਹੁਤ ਵੱਡੇ ਰੈਲੀ ਉੱਥੇ ਕੀਤੀ, ਪੂਰੇ ਪੰਜਾਬ ਦੇ ਅੰਦਰ ਜਾ ਕੇ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੇ ਹਾਂ ਤੇ ਲਾਮਬੰਦ ਵੀ ਕਰ ਰਹੇ ਹਾਂ, ਕਿਉਂਕਿ ਮੇਰਾ ਮੰਨਣਾ ਹੈ ਜਿਸ ਕਿਸਮ ਦਾ ਅੜੀਅਲ ਰਵੱਈਆ ਕੇਂਦਰ ਸਰਕਾਰ ਅਪਣਾ ਰਹੀ ਹੈ, ਉਹਦੇ ਨਾਲ ਇੱਕ ਗੱਲ ਸਪਸ਼ਟ ਹੋ ਗਈ ਵੀ ਆਹ ਜਿਹੜੀ ਲੜਾਈ ਹੈ, ਸੰਘਰਸ਼ ਜਿਹੜਾ ਹੈ ਲੰਬਾ ਚੱਲੂਗਾ। ਆਹ ਕੋਈ ਛੇਤੀ ਨਿਬੜਨ ਵਾਲਾ ਨਹੀਂ। ਤੇ ਅਸੀਂ ਜਿਸ ਤਰ੍ਹਾਂ ਕੈਪਟਨ ਸਾਹਿਬ ਨੇ ਕਿਹਾ ਸੀਗਾ ਵੀ ਅਸੀਂ ਹਰ ਕੀਮਤ ਚੁਕਾਉਣ ਨੂੰ ਤਿਆਰ ਹਾਂ। ਉਹਨਾਂ ਨੇ ਕਿਤੇ ਕੁਰਬਾਨੀ ਦੀ ਗੱਲ ਨਹੀਂ ਕੀਤੀ, ਕਿਉਂਕਿ ਕੈਪਟਨ ਸਾਹਿਬ ਤੇ ਕਾਂਗਰਸ ਪਾਰਟੀ ਸਰਕਾਰ ਛੱਡਣਾ ਜਾਂ ਕੁਰਸੀ ਛੱਡਣਾ ਕੋਈ ਕੁਰਬਾਨੀ ਨਹੀਂ ਮੰਨਦੀ। ਉਹ ਲੋਕ ਹੋਣੇ ਜਿਨ੍ਹਾਂ ਦੇ ਵਾਸਤੇ ਕੁਰਸੀ ਸਾਰਾ ਕੁਝ ਹੈ, ਕੁਰਸੀ ਉਹਨਾਂ ਦੀ ਭਗਵਾਨ ਹੋਊਗੀ।
ਪਰ ਸਾਡੇ ਵਾਸਤੇ ਪੰਜਾਬ ਤੇ ਪੰਜਾਬ ਦਾ ਅਰਥਚਾਰਾ, ਪੰਜਾਬ ਦਾ ਭਵਿੱਖ ਹੈ, ਉਹਦੇ ਵਾਸਤੇ ਅਸੀਂ ਕੋਈ ਵੀ ਕੁਰਬਾਨੀ ਕਰਨ ਨੂੰ ਤਿਆਰ ਹਾਂ। ਪਰ ਸਾਨੂੰ ਇਸ ਗੱਲ ਕਿਤੇ ਵੀ ਮਨਜ਼ੂਰ ਨਹੀਂ ਵੀ ਸੂਬਿਆਂ ਦੀ ਸਰਕਾਰ ਨੂੰ ਮਿਊਨਿਸਪੈਲਿਟੀਆਂ ਬਣਾ ਕੇ ਛੱਡ ਦਿੱਤੀਆਂ ਜਾਣ। ਜਿਸ ਤਰ੍ਹਾਂ ਦਾ ਉਹਨਾਂ ਦਾ ਗਲਾ ਘੋਟਿਆ ਜਾ ਰਿਹਾ, ਜਿਸ ਤਰ੍ਹਾਂ ਉਹਨਾਂ ਦੇ ਆਰਥਿਕ ਇਕਨੋਮਿਕ ਬਲੋਕੇਡ ਕੀਤਾ ਜਾ ਰਿਹਾ ਹੈ, ਉਹਦੇ ਨਾਲ ਹਾਲਾਤ ਉਹ ਮਿਊਨਿਸਪੈਲਿਟੀਆਂ ਵਾਲੇ ਬਣ ਜਾਣਗੇ ਵੀ ਉੱਥੋਂ ਮਤਾ ਪਾ ਕੇ ਭੇਜਦੀ ਹੈ ਮਿਊਨਿਸਪੈਲਿਟੀ, ਸਰਕਾਰ ਦੇ ਬਾਬੂ ਇੱਥੇ ਬੈਠ ਕੇ ਡਿਸਾਈਡ ਕਰਦੇ ਵੀ ਫਲਾਣੀ ਮਿਊਨਿਸਪੈਲਿਟੀ ਨੂੰ ਕਿੰਨਾ ਪੈਸਾ ਦੇਣਾ ਹੈ। ਆਹ ਜਿਹੜਾ ਹਿੰਦੁਸਤਾਨ ਦੇ ਸੰਘੀਏ ਢਾਂਚੇ ਦੇ ਉੱਤੇ ਬਹੁਤ ਵੱਡਾ ਇੱਕ ਚੋਟ ਮਾਰਨ ਦੀ ਪ੍ਰਯਾਸ ਕੇਂਦਰ ਸਰਕਾਰ ਕਰ ਰਿਹਾ, ਜਿਹਦੀ ਕੜੇ ਸ਼ਬਦਾਂ 'ਚ ਨਿੰਦਾ ਕਰਦੇ ਹਾਂ। ਥੈਂਕ ਯੂ। ਪੰਜਾਬ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਆਰਥਿਕ ਤੌਰ ਤੇ ਕਮਜ਼ੋਰ ਕਰਨ ਦੀ ਵੀ ਤੁਹਾਨੂੰ ਲੱਗਦਾ, ਕਿਉਂਕਿ GST ਹੁਣ RTF ਜਾਂ ਹੋਰ ਜਿਹੜੀਆਂ ਚੀਜ਼ਾਂ ਟ੍ਰੇਨਾਂ ਭਾਵੇਂ ਨਹੀਂ ਚਲਾਈ ਜਾ ਰਹੀਆਂ ਨੇ, ਤੁਸੀਂ ਕਿੱਦਾਂ ਦੇਖਦੇ ਹੋ? ਭਾਵੇਂ ਨਹੀਂ ਚਲਾਈ ਜਾ ਰਹੀ ਹੈ, ਸਭ ਪੰਜਾਬ ਦਾ ਗਲਾ ਘੋਟਿਆ ਜਾ ਰਿਹਾ ਹੈ। ਬਿਲਕੁਲ ਪੰਜਾਬ ਨੂੰ ਆਰਥਿਕ ਤੌਰ ਤੇ ਮਾਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ। ਪਹਿਲਾਂ ਕਾਨੂੰਨ ਦੇ ਨਾਲ, ਕਲਮ ਦੇ ਨਾਲ ਮਾਰਨ ਦਾ ਪ੍ਰਯਾਸ ਕੀਤਾ, ਪੰਜਾਬ ਦੇ ਸਾਡੇ ਖੇਤੀਬਾੜੀ ਨੂੰ ਖਤਮ ਕਰਨ ਦਾ ਪ੍ਰਯਾਸ ਕੀਤਾ ਗਿਆ। ਸਪਸ਼ਟ ਪ੍ਰਯਾਸ ਜਿਹੜਾ ਕਾਲਾ ਕਾਨੂੰਨ ਹੈ, ਆਹ ਸਿਰਫ ਪੰਜਾਬ ਸੈਂਟਰਿਕ ਇਹਨੂੰ ਮੈਂ ਅਗਰ ਕਹਾਂ ਤਾਂ ਕੋਈ ਅਤਿਸ਼ਯੋਕਤੀ ਨਹੀਂ ਹੋਣੀ। ਕਿਉਂ ਮੈਂ ਕਹਿ ਰਿਹਾ, ਕਿਉਂਕਿ ਦੇਖੋ ਪੰਜਾਬ ਨੂੰ ਸਿੰਗਲ ਆਊਟ ਕੀਤਾ ਜਾ ਰਿਹਾ, ਪੂਰੇ ਹਿੰਦੁਸਤਾਨ ਦੇ ਅੰਦਰ ਵਿਰੋਧ ਹੋ ਰਿਹਾ, ਪਰ 31 ਜਿਹੜੀ ਮੈਂਬਰੀ ਕਮੇਟੀ ਬੁਲਾਈ ਗਈ, ਸਿਰਫ ਪੰਜਾਬ ਦੇ ਕਿਸਾਨਾਂ ਨੂੰ ਬੁਲਾਇਆ ਗਿਆ। ਪਹਿਲਾਂ ਹੀ ਦੋ ਫਾੜ ਕਰਨ ਦਾ ਪ੍ਰਯਾਸ ਕੀਤਾ ਗਿਆ। ਇੱਕ ਹਿੰਦੁਸਤਾਨ ਦੇ ਅੰਦਰ ਮੈਸੇਜ ਭੇਜਣ ਦਾ ਪ੍ਰਯਾਸ ਕੀਤਾ ਮੋਦੀ ਸਾਹਿਬ ਦੀ ਸਰਕਾਰ ਨੇ ਵੀ ਆਹ ਮਸਲਾ ਕੇਂਦਰ ਸਰਕਾਰ ਤੇ ਪੰਜਾਬ ਦੇ ਵਿਚਕਾਰ ਹੈ, ਬਾਕੀ ਹਿੰਦੁਸਤਾਨ ਦਾ ਕੋਈ ਲੈਣਾ ਦੇਣਾ ਨਹੀਂ, ਜੋ ਕਿ ਬਿਲਕੁਲ ਗਲਤ ਹੈ। ਕਿਉਂਕਿ ਮੇਰਾ ਮੰਨਣਾ ਹੈ, डूबेगी किश्ती तो डूबेंगे सारे, न तुम ही बचोगे न साथी तुम्हारे। सारा मुल्क अगर किसानी खत्म होगी तो मैं समझदा सारा हिंदुस्तान वो फिर PL 480 जाके भीख मंगते फिरांगे अमरीका को, वो हालात बन जाएंगे। ਮਦਨ ਮੋਹਨ ਮਿੱਤਲ ਹੋਣਾ ਨੇ ਵੀ ਇਹ ਗੱਲ ਦੁਹਰਾਈ ਹੈ ਕਿ ਜਿਹੜੇ ਧਰਨਿਆਂ ਤੇ ਬੈਠੇ ਉਹ ਕਿਸਾਨ ਨਹੀਂ ਹੈ। ਇਹ ਚੀਜ਼ ਨੂੰ ਕਾਂਗਰਸ ਲੀਡਰ ਲਗਾਤਾਰ ਐਸੀ ਬਿਆਨਬਾਜ਼ੀ ਕਰ ਰਹੇ ਆ, ਉਹਨੂੰ ਲੈ ਕੇ देखो ਮਦਨ ਮੋਹਨ ਮਿੱਤਲ ਸਾਹਿਬ ਦੇ ਬਿਆਨ ਜਿਹੜੇ ਤੁਸੀਂ ਕਹੇ ਵੀ ਇਹ ਕਿਸਾਨ ਨਹੀਂ, ਸ਼ਾਇਦ ਇੱਥੇ ਗੱਲ ਛੱਡ ਗਏ ਹੋਣਗੇ। ਪਰ ਮਦਨ ਮੋਹਨ ਮਿੱਤਲ ਸਾਹਿਬ ਤੋਂ ਵੀ ਵੱਡੇ ਜਿਹੜੇ BJP ਦੇ ਲੀਡਰ ਹੈ, ਮੈਂ ਸਭ ਤੋਂ ਪਹਿਲਾਂ ਗੱਲ ਕਰਨੀ ਚਾਹੂੰਗਾ। ਸਭ ਤੋਂ ਪਹਿਲੇ ਜਿਹੜੇ ਬਿਆਨ ਆਏ ਸੀਗੇ ਪੁਰੀ ਸਾਹਿਬ ਦੇ ਆਏ ਸੀਗੇ, ਜਦੋਂ ਇੱਥੇ ਇਸੇ ਪਾਵਨ ਧਰਤੀ ਤੇ ਆ ਕੇ ਉਹਨਾਂ ਨੇ ਕਾਨਫਰੰਸ ਕੀਤੀ। ਪੁਰੀ ਸਾਹਿਬ ਨੇ ਜਿਹੜੇ ਸ਼ਬਦ ਇਸਤੇਮਾਲ ਕੀਤੇ ਸੀ, ਉਹਨਾਂ ਨੇ ਕਹਿੰਦੇ ਜਿਹੜੇ ਧਰਨੇ ਤੇ ਬੈਠੇ ਆ, ਦੇ ਆਰ ਆਲ ਹੂਲੀਗਨਸ। ਹੂਲੀਗਨਸ ਇਜ਼ ਦਾ ਰਾਈਟ ਵਰਡ। ਉਹਨੂੰ ਕਿਸੇ ਤਰ੍ਹਾਂ ਪੰਜਾਬੀ ਜਾਂ ਹਿੰਦੀ 'ਚ ਤਰਜਮਾ ਕਰ ਲਓ, ਉਹਨੂੰ ਬਦਮਾਸ਼ ਕਹੋਗੇ, ਲੁੰਗਾੜ ਕਹੋਗੇ ਜਾਂ ਗੁੰਡੇ ਕਹੋਗੇ। ਹੂਲੀਗਨਸ ਕੈਨ ਬੀ ਟਰਾਂਸਲੇਟਿਡ ਇਨ ਐਨੀ ਵੇ, ਪਰ ਉਹਨਾਂ ਨੇ ਹੂਲੀਗਨਸ ਕਿਹਾ। ਉਹਦੇ ਬਾਅਦ BJP ਦੇ ਰਾਸ਼ਟਰੀ ਅਧਿਕਸ਼ ਨੱਡਾ ਸਾਹਿਬ ਨੇ ਕਿਹਾ ਵੀ ਆ ਜਿਹੜੇ ਧਰਨੇ ਲਾਈ ਬੈਠੇ ਹੈ, ਰੇਲ ਰੋਕੀ ਬੈਠੇ ਆ, ਸਾਰੇ ਵਿਚੋਲੀਆਂ ਦਾ ਕੰਮ ਹੈ, ਵਿਚੋਲੀਏ, ਕਿਸਾਨਾਂ ਨੂੰ ਵਿਚੋਲੀਆ ਕਿਹਾ ਗਿਆ। ਤੇ ਕੱਲ ਸ਼ਾਇਦ ਤੁਸੀਂ ਨੋਟਿਸ ਨਹੀਂ ਕੀਤਾ, ਤੁਸੀਂ ਮਿੱਤਲ ਸਾਹਿਬ ਦੀ ਗੱਲ ਫੜੀ ਬੈਠੇ ਹੋ। ਕੱਲ ਮੈਂ ਇੱਕ ਬੜਾ ਸੀਰੀਅਸ ਐਂਡ ਵਿਦ ਵੈਰੀ ਡੇਂਜਰਸ ਇੰਪਲੀਕੇਸ਼ਨਸ, ਬਹੁਤ ਹੀ ਗੰਭੀਰ ਜਿਨ੍ਹਾਂ ਦੇ ਉਹਦੇ ਪਿੱਛੇ ਸਾਜ਼ਿਸ਼ ਨਜ਼ਰ ਆ ਰਹੀ ਹੈ। ਕਿਉਂਕਿ ਦੇਖੋ ਜਨਰਲ ਸੈਕਟਰੀ ਬਣ ਗਏ ਆਲ ਇੰਡੀਆ BJP ਦੇ ਤਰੁਣ ਚੁਗ ਸਾਹਿਬ, ਪਰ ਮੇਰਾ ਮੰਨਣਾ ਹੈ ਵੀ ਸਾਡੇ ਵਾਂਗੂ ਉਹ ਬੜੇ ਸਧਾਰਨ ਜਿਹੇ ਸਿੱਧੇ ਸਾਦੇ ਇਨਸਾਨ ਹੈ, ਜਿਹੜੇ ਆਪਣੇ ਆਪ ਉਹ ਜਿਹੜਾ ਸ਼ਬਦ ਉਹਨਾਂ ਨੇ ਇਸਤੇਮਾਲ ਕੀਤਾ ਆਪਣੇ ਆਪ ਨਹੀਂ ਸੀ ਕਰ ਸਕਦੇ। ਉਹਨਾਂ ਨੇ ਵਰਡ ਇਸਤੇਮਾਲ ਕੀਤਾ ਹੈ, ਰਿਕਾਰਡਿੰਗ ਆਫ ਦੈਟ। ਉਹਨਾਂ ਨੇ ਕਿਹਾ ਜੋ ਕੁਝ ਵੀ ਕੈਪਟਨ ਅਮਰਿੰਦਰ ਸਿੰਘ ਇਜ਼ ਡੂਇੰਗ ਐਟ ਦਾ ਬਿਹੈਸਟ ਆਫ ਅਰਬਨ ਨੈਕਸਲਸ। ਅਰਬਨ ਨੈਕਸਲ ਸਾਡੇ ਪੰਜਾਬ 'ਚ ਵਰਡ ਜਿਹੜਾ ਇਸਤੇਮਾਲ ਹੁੰਦਾ, ਪਹਿਲਾਂ ਨਕਸਲਾਈਟ ਕਹਿੰਦੇ ਸੀ ਵੀ ਨਕਸਲੀ ਤੁਰੇ ਫਿਰਦੇ ਆ, ਬਟ ਜਿਹੜਾ ਅਰਬਨ ਨਕਸਲ ਇਸਤੇਮਾਲ ਕੀਤਾ ਉਹਨਾਂ ਨੇ ਵਰਡ, ਇਸ ਆਈ ਥਿੰਕ ਇਸ ਪ੍ਰੈਗਨੈਂਟ ਵਿਦ ਸੋ ਮਚ implications, such dangerous tones it has। ਬਹੁਤ ਹੀ ਇੱਕ ਖਤਰਨਾਕ ਸੋਚ ਦਾ ਨਤੀਜਾ ਹੈ ਜਿਹੜੇ ਬੀਜ ਬੋਏ ਜਾ ਰਹੇ ਹੈ। ਮੈਨੂੰ ਖਤਰਾ ਹੈ ਵੀ ਆਉਣ ਵਾਲੇ ਸਮੇਂ ਦੇ ਅੰਦਰ ਕਿਤੇ ਕਿਸਾਨ ਨੂੰ ਦੇਸ਼ ਦਰੋਹੀ ਨਾ ਕਰਾਰ ਕਰ ਦੇਣ। ਸਭ ਦੇਖੋ ਬੜਾ ਮੰਦਭਾਗੀ ਹੈ ਬਿਆਨ ਹੈ। ਮੈਂ ਸਮਝਦਾ ਤਰੁਣ ਚੁਗ ਸਾਹਿਬ ਆਪਣੀ ਗਲਤੀ ਦਾ ਅਹਿਸਾਸ ਕਰਨਗੇ, ਸ਼ਬਦ ਵਾਪਸ ਲੈਣਗੇ, ਕਿਉਂਕਿ ਕਿਸਾਨਾਂ ਦੇ ਨਾਲ ਤੁਹਾਡੇ ਡਿਫਰੈਂਸਿਸ ਹੋ ਸਕਦੇ ਹੈ, ਵਿਚਾਰ ਮਤਭੇਦ ਹੋ ਸਕਦੇ ਹੈ, ਉਹਨਾਂ ਦੀ ਗੱਲ ਨਾ ਸੁਣੋਗੇ, ਮਤਭੇਦ ਅੱਗੇ ਕਿਵੇਂ ਰੰਗ ਲੈਂਦੇ ਆ। ਪਰ ਇਹਦਾ ਮਤਲਬ ਨਹੀਂ ਵੀ ਤੁਸੀਂ ਉਹਨਾਂ ਨੂੰ ਨਕਸਲਾਈਟ ਜਾਂ ਅਰਬਨ ਨਕਸਲਸ ਕਹੋ, ਉਹਨਾਂ ਨੂੰ ਵਿਚੋਲੀਏ ਕਹੋ, ਉਹਨਾਂ ਨੂੰ ਹੂਲੀਗਨਸ ਕਹੋ। ਸ਼ੋਭਾ ਨਹੀਂ ਦਿੰਦਾ। ਉਹ ਕਿਸਾਨ ਹੈ ਜਿਨ੍ਹਾਂ ਨੇ ਹਿੰਦੁਸਤਾਨ ਦਾ ਪੇਟ ਭਰਿਆ। ਪੰਜਾਬ ਇਜ਼ ਨੋਨ ਐਜ਼ ਅ ਫੂਡ ਬਾਊਲ ਆਫ ਦ ਕੰਟਰੀ, ਨਾਟ ਓਨਲੀ ਦ ਸੋਰਡ ਆਰਮ। ਅਸੀਂ ਖੜਗ ਬੁਝਾਂ ਹੈਗੇ ਹਾਂ ਅਤੇ ਅਸੀਂ ਫੂਡ ਬਾਸਕਟ, ਬ੍ਰੈਡ ਬਾਸਕਟ ਆਫ ਇੰਡੀਆ ਇਜ਼ ਪੰਜਾਬ। ਇੱਥੇ ਕਿਸਾਨ ਨੂੰ ਅਗਰ ਸ਼ਾਬਾਸ਼ੀ ਨਹੀਂ ਦੇ ਸਕਦੇ ਤਾਂ ਤੁਸੀਂ ਲਾਂਛਨ ਨਾ ਲਓ, ਮੇਰੀ ਇੰਨੀ ਬੇਨਤੀ ਹੈ। ਅਤੇ ਮੈਂ ਇੱਕ ਵਾਰੀ ਫੇਰ ਤੁਹਾਡੇ ਰਾਹੀਂ ਪੰਜਾਬ ਕੰਨਿਓ, ਪੰਜਾਬ ਕਾਂਗਰਸ ਕੰਨਿਓ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੂੰਗਾ, ਪ੍ਰਧਾਨ ਮੰਤਰੀ ਸਾਹਿਬ
ਕਿਸਾਨਾਂ ਨਾਲ ਬੈਠ ਕੇ ਗੱਲ ਕਰੋ, ਉਹਨਾਂ ਦਾ ਦਰਦ ਸਮਝੋ, ਉਹਨਾਂ ਦੀ ਸਮੱਸਿਆਵਾਂ ਸੁਣੋ, ਉਹਨਾਂ ਦੇ ਖਦਸ਼ੇ ਦੂਰ ਕਰੋ ਤੇ ਇਹਨਾਂ ਕਾਨੂੰਨਾਂ ਤੋਂ ਕਿਸਾਨ ਨੂੰ ਬਚਾਓ, ਕਿਸਾਨੀ ਨੂੰ ਬਚਾਓ, ਦੇਸ਼ ਨੂੰ ਬਚਾਓ। ਆਰਡੀਐਫ ਬੰਦ ਕਰਦਾ, ਤੁਸੀਂ ਟਵੀਟ ਵੀ ਕੀਤਾ ਸੀਗਾ। ਆਰਡੀਐਫ ਦੇ ਜਿਹੜੀ 1150 ਕਰੋੜ ਦੀ ਅਮਾਉਂਟ ਸੀਗੀ ਪੰਜਾਬ ਨੂੰ, ਇਸ ਤਰ੍ਹਾਂ ਦੇ ਹੋਰ ਵੀ ਜਿਹੜੇ ਫੰਡ ਨੇ ਕਿਉਂ ਬੰਦ ਕੀਤੇ ਜਾ ਰਹੇ ਨੇ, ਕੀ ਲੱਗਦਾ ਤੁਹਾਨੂੰ ਜਾਖੜ ਸਾਹਿਬ? ਪੰਜਾਬ ਦੇ ਘੁੱਟਨੇ ਟੇਕਣ ਵਾਸਤੇ ਪੰਜਾਬ ਨੇ ਹਿੰਮਤ ਦਿਖਾਈ ਹੈ, ਕੈਪਟਨ ਅਮਰਿੰਦਰ ਸਿੰਘ ਜੀ ਨੇ ਜੁਰਤ ਦਿਖਾਈ ਹੈ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਖੜੇ ਹੋਣ ਦੀ, ਜਿਹੜਾ ਇੱਕ ਨਾਰਮਲ ਪ੍ਰੋਸੈਸ ਹੈ ਲੋਕਤੰਤਰ ਦੇ ਅੰਦਰ। ਪਰ ਮੈਨੂੰ ਲੱਗਦਾ ਹੈ ਲੋਕਤੰਤਰ ਜਿਸ ਤਰ੍ਹਾਂ ਛਿੱਕੇ ਤੇ ਟੰਗਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ, ਹੁਕਮਰਾਨ ਜਿਹੜੇ ਹੈ, ਇੱਕ ਲੋਕਤੰਤਰ ਦੇ ਅੰਦਰ ਜੋ ਵੀ ਸ਼ਾਸਕ ਹੈ ਉਹ ਅਹੰਕਾਰ ਦਾ, ਉਹਦੇ ਕੋਲ ਕਿਤੇ ਵੀ ਕੋਈ ਅਧਿਕਾਰ ਨਹੀਂ ਹੈ ਵੀ ਉਹ ਅਹੰਕਾਰੀ ਹੋਵੇ। ਉਹਨੂੰ ਆਪਣੇ ਖਿਲਾਫ ਜਿਹੜੀ ਵਿਰੋਧ ਦੀ ਆਵਾਜ਼ ਹੈ ਸੁਣਨ ਦਾ ਜਿਗਰਾ ਚਾਹੀਦਾ ਹੈ, ਮਾਦਾ ਚਾਹੀਦਾ ਹੈ। ਲੋਕਤੰਤਰ ਦੀ ਬੁਨਿਆਦ ਹੈ ਡਿਫਰੈਂਸ ਆਫ ਓਪੀਨੀਅਨ ਹੈਜ਼ ਟੂ ਐਗਜ਼ਿਸਟ, ਦੇਅਰ ਹੈਜ਼ ਟੂ ਬੀ ਅਪੋਜੀਸ਼ਨ। ਪਰ ਜਿਸ ਕਿਸਮ ਦੀ ਸੋਚ ਦਿਖਾਈ ਜਾ ਰਹੀ ਹੈ ਵੀ ਸਾਡੇ ਖਿਲਾਫ ਇਹਨਾਂ ਨੇ ਆਵਾਜ਼ ਚੱਕੀ ਕਿਵੇਂ ਹੈ, ਉਹ ਜਿਹੜਾ ਐਟੀਟਿਊਡ ਹੈ, ਸਾਨੂੰ ਉਸ ਐਟੀਟਿਊਡ ਤੋਂ ਖਤਰਾ है। सर छत्तीसगढ़ में पंजाब विधानसभा की तरह खेती बिलों के खिलाफ कानून लाया जा रहा है, तो अगला हालात छत्तीसगढ़ के भी यही होंगे सब। देखिए आज जो ये अड़ियलपन दिखाया जा रहा है केंद्र सरकार के द्वारा, ये देश के हित में नहीं है, लोकतंत्र के और हमारी आज़ादी के भी हित में नहीं है साहब। ये आज़ादी और ये लोकतंत्र और यहाँ से अंग्रेज़ों को निकालने के लिए छत्तीसगढ़ की भी कुर्बानियाँ रहेंगी। और पंजाब चाहे 2% 2% हिस्सा है, पर कुर्बानियों में हमारा हिस्सा, हमारी जनसंख्या और हमारे आबादी और उस जोग्राफिकल एरिया से बहुत ज़्यादा रहा है। तो मैं समझता हूँ कि ये आज़ादी बपौती में नहीं मिली बीजेपी को, ये आज़ादी पंजाबियों ने और पूरे हिंदुस्तान वासियों ने कुर्बानियाँ दे के अंग्रेज़ों को यहाँ से निकाला। इसलिए नहीं निकाला कि यहाँ पे अंग्रेज़ की रूह जो है, काले अंग्रेज़ों में आके गोरे अंग्रेज़ निकाल दिए, काले अंग्रेज़ आके उसी आज आत्मा और उसी स्पिरिट और उसी भावना के साथ बैठे आज देश के ऊपर इस किस्म का व्यवहार कर रहे हैं जो कि उचित नहीं है। ਜਾਲੀ ਔਰ ਫਰਜ਼ੀ ਕਿਸਾਨਾਂ ਦਾ ਜ਼ਿਕਰ ਆਪਣੀ ਸਪੀਚ ਦੇ ਵਿੱਚ ਵੀ ਕੀਤਾ, ਉਹ ਕੌਣ ਲੋਕ ਨੇ? ਕਿਉਂਕਿ ਦਾਅਵਾ ਤਾਂ ਹਰ ਪਾਰਟੀ ਕਿਸਾਨ ਹਿਤੈਸ਼ੀ ਹੋਣ ਦਾ ਕਰ ਰਹੀ ਹੈ। ਦਾਅਵੇ ਕਰਨ ਨਾਲ ਕੋਈ ਨਹੀਂ ਹੁੰਦਾ ਸਾਹਿਬ। ਮੈਂ ਜੇ ਇੱਥੇ ਅੱਜ ਕੁੜਤੇ ਪਜਾਮੇ 'ਚ ਬੈਠਾ ਤਾਂ ਮੈਨੂੰ ਕਿਸਾਨ ਹੋਣ ਵਾਸਤੇ ਪ੍ਰੂਵ ਕਰਨ ਵਾਸਤੇ ਨਹੀਂ, ਮੈਂ ਜੀਨ ਪਾ ਕੇ ਵੀ ਗੱਲ ਕਰਦਾ, ਮੈਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ। ਪਰ ਜਿਨ੍ਹਾਂ ਦੇ ਮਨ 'ਚ ਚੋਰ ਹੁੰਦਾ, ਜਿਨ੍ਹਾਂ ਦੀ ਮੈਂ ਗੱਲ ਕੀਤੀ ਹੈ ਵਿਚਾਰ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਦੇ, ਦੇਖੋ ਸਾਡੇ ਡਿਫਰੈਂਸ ਆਫ ਓਪੀਨੀਅਨ ਹੈ ਭਗਵੰਤ ਮਾਨ ਜੀ ਨਾਲ, ਉਹਨਾਂ ਦੀ ਪਾਰਟੀ ਨਾਲ ਸਾਡੇ ਡਿਫਰੈਂਸ ਆਫ ਓਪੀਨੀਅਨ ਹੈ। ਪਰ ਜਿਹੜੀ ਗੱਲ ਉਹਨਾਂ ਨੇ ਕੀਤੀ ਸੀਗੀ ਵੀ ਲੋਕ ਸਭਾ ਦੇ ਅੰਦਰ ਜਿਹੜੀ ਪੁਸ਼ਪਾ ਦੇਵੀ ਆ, ਪੁਸ਼ਪਾ ਰਾਣੀ ਦੀ ਗੱਲ ਕੀਤੀ ਹੈ ਉਹਨਾਂ ਨੇ, ਉਹ ਅੱਜ ਸਾਰੇ ਲੋਕਾਂ ਨੂੰ, ਸਭ ਲੋਕਾਂ ਨੂੰ ਪਤਾ ਸਭ। ਆਹੀ ਦੁਰਭਾਗਿਆ ਹੈ ਅਕਾਲੀ ਦਲ ਦਾ, ਜਿਹੜੀ ਕਿਸਾਨਾਂ ਦੀ ਪਾਰਟੀ ਸੀ, ਪੰਥਕ ਪਾਰਟੀ ਸੀ ਪਹਿਲਾਂ, ਉਸ ਪਾਰਟੀ ਦੀ ਪ੍ਰੈਜ਼ੈਂਟ ਲੀਡਰਸ਼ਿਪ ਜਿਹੜੀ ਹੈ ਉਹਨਾਂ ਨੇ ਪੰਥ ਦੀ ਪਿੱਠ 'ਚ ਛੁਰਾ ਮਾਰਿਆ। ਹੁਣ ਉਸੇ ਪਾਰਟੀ ਨੇ ਹੁਣ ਕਿਸਾਨੀ ਦੇ ਪਿੱਠ 'ਚ ਛੁਰਾ ਮਾਰਿਆ। ਤੇ ਅੱਜ ਮੈਂ ਫਿਰ ਦੁਹਰਾਊਂਗਾ ਜਿਹੜੀ ਗੱਲ ਮੈਂ ਜਨਾਲੇ ਕਰਕੇ ਆਇਆ, ਸ਼ਾਂਤਾ ਕੁਮਾਰ ਕਮੇਟੀ 'ਚ ਜਿਹੜੀ ਰეკਮੈਂਡੇਸ਼ਨ ਸੀਗੀ, ਮੇਨ ਰეკਮੈਂਡੇਸ਼ਨ ਸੀਗੀ FCI ਨੂੰ ਬੰਦ ਕਰੋ। ਉਹਦੇ ਵਿੱਚ ਉਹਨਾਂ ਨੇ ਕਾਰਨ ਦਿੱਤਾ ਸੀ FCI ਦੇ ਅੰਦਰ ਧੋਖਾਧੜੀ, ਹੇਰਾ ਫੇਰੀ ਤੇ ਚੋਰੀ ਬਹੁਤ ਹੋ ਰਹੀ ਹੈ। ਉਸ ਦੇ ਉੱਤੇ ਸਬੂਤ ਜਿਹੜਾ ਹੈ ਉਹਨਾਂ ਨੇ ਇਸਤੇਮਾਲ ਕੀਤਾ, ਜਿਹੜਾ ਅਕਾਲੀ BJP ਸਰਕਾਰ 31,000 ਕਰੋੜ ਰੁਪਏ ਦਾ ਅਨਾਜ ਘੁਟਾਲਾ, ਜਿਹੜਾ ਫੂਡ ਗ੍ਰੇਨ ਸਕੈਮ ਸੀਗਾ, ਉਹ ਲਿਜਾ ਕੇ ਉਹਦੇ ਵਿੱਚ ਅਕਾਲੀ ਸਰਕਾਰ ਨੇ ਇੱਕ ਦਿਨ ਪਹਿਲਾਂ, ਸਰਕਾਰ ਬਦਲਣ ਤੋਂ ਪਹਿਲਾਂ, ਕੈਪਟਨ ਸਾਹਿਬ 11 ਮਾਰਚ ਨੂੰ ਸਰਕਾਰ ਬਣੀ ਹੈ ਕਾਂਗਰਸ ਦੀ, ਤੇ 10 ਮਾਰਚ 2017 ਨੂੰ ਜਾ ਕੇ ਵਾਅਦਾ ਮਾਫ ਗਵਾਹ ਬਣ ਕੇ ਆਈ ਹੈ ਅਕਾਲੀ ਪਾਰਟੀ, ਕਿਉਂਕਿ ਇਹਨਾਂ ਦੀ ਲੀਡਰਸ਼ਿਪ ਉਸ ਚੋਰੀ ਦੇ ਵਿੱਚ, ਉਹਨਾਂ ਦੇ ਸੰਰਕਸ਼ਣ ਦੇ ਅੰਦਰ, ਉਹਨਾਂ ਦੀ ਨਿਗਹਿਬਾਨੀ ਦੇ ਅੰਦਰ ਆ ਚੋਰੀ ਹੋਈ। ਤੇ ਆਦੇਸ਼ ਪ੍ਰਤਾਪ ਕੈਰੋਂ ਜੀ ਤੇ ਪਰਮਿੰਦਰ ਢੀਂਡਸਾ ਜੀ ਜਾ ਕੇ ਉੱਥੇ ਸਾਈਨ ਕਰਕੇ ਆਏ ਵੀ ਪੰਜਾਬ ਤੁਹਾਨੂੰ 31,000 ਕਰੋੜ ਰੁਪਇਆ ਕੇਂਦਰ ਨੂੰ ਦੇਊਗਾ, ਸਾਨੂੰ ਵਾਅਦਾ ਮਾਫ ਗਵਾਹ ਬਣਾ ਕੇ ਸਾਨੂੰ ਬਖਸ਼ੋ। ਉਹਦੇ ਕਰਕੇ ਸ਼ਾਂਤਾ ਕੁਮਾਰ ਕਮੇਟੀ ਦੀ ਜਿਹੜੀ ਰਿਪੋਰਟ ਸੀਗੀ ਉਹਨੂੰ ਬਲ ਮਿਲਿਆ, ਉਹ ਸਹੀ ਸਾਬਤ ਹੋਈ ਵੀ ਐਡੇ ਐਡੇ ਘਪਲੇ ਜੇ ਸਰਕਾਰਾਂ ਕਰਾ ਰਹੀਆਂ ਤਾਂ FCI ਨੂੰ ਬੰਦ ਕਰਨਾ ਹੀ ਬਣਦਾ। ਉਹਦੇ ਕਰਕੇ ਆ ਦਿਨ ਅੱਜ ਪੰਜਾਬ ਨੂੰ ਦੇਖਣੇ ਪੈ ਰਹੇ ਹੈ। ਉਹ ਜਿਹੜੇ ਹੈ ਉਹ ਨਾ ਸਿਰਫ पंथ दे गद्दार है, वो किसानी दे भी गद्दार है। किसानों की आमदन बढ़ाने के लिए फलों सब्जियों में MSP लागू कर दिया गया, पंजाब में ये कब होगा? ये देखिए साहब, जिस दिन हमारे पास RBI की चाबी आ जाएगी उस दिन हम करेंगे साहब। हमारे पास देखिए केरल के पास, केरल का जो रेवेन्यू है और हमारा जो रेवेन्यू है, हमारे के रेवेन्यू स्रोत था जिसके ऊपर आज ये RDF और ये मंडी फीस, दिस इज़ अ इंटैग्रल पार्ट ऑफ साडा रेवेन्यू, ਉਹਦੇ ਚੋਂ ਨਿਕਲਦਾ साहब। ਸਾਡੇ ਕੋਲ RBI ਦੀ ਚਾਬੀ ਨਹੀਂ, ਮੋਦੀ ਸਾਹਿਬ ਕੋਲ RBI ਦੀ ਚਾਬੀ, ਐਸੇ ਕਰਕੇ ਵਾਰੀ-ਵਾਰੀ ਕਹਿ ਦਿੰਦੇ ਆ। ਸੁਖਬੀਰ ਜੀ ਕਹਿੰਦੇ MSP ਅਸ਼ੋਰ ਕਰੋ,
ਸੁਖਬੀਰ ਜੀ ਮਾੜਾ ਮੋਟਾ ਤੁਸੀਂ ਆਪਣੇ ਬੈਂਕ ਦੇ ਹੋਟਲਾਂ ਦੇ ਬੈਂਕ ਦੇ ਖਾਤੇ ਦੇਖਦੇ ਹੋ, ਇੱਧਰ ਵੀ ਮਾੜਾ ਜਿਹਾ ਨਿਗਾਹ ਕਰਕੇ ਢੰਗ ਨਾਲ ਗੱਲ ਕਰਨ, ਸੋਚ ਵਿਚਾਰ ਕੇ ਗੱਲ ਕਰਨ। ਪਲਟਾ ਮਾਰਨਾ ਇਜ਼ ਨਾਟ ਦ ਓਨਲੀ ਥਿੰਗ, ਸੋਚ ਕੇ ਗੱਲ ਕਰੋ। MSP ਜਿਹੜੀ ਹੈ ਕੇਂਦਰ ਸਰਕਾਰ ਦੀ, ਮੈਂ ਜਿਹੜੀ ਗੱਲ ਪਹਿਲਾਂ ਕੀਤੀ ਹੈ, ਸਰਕਾਰ ਨੇ ਕਿਸਾਨੀ ਦੇ ਤਾਕਤਾਂ ਲੈ ਲਈਆਂ ਕਾਨੂੰਨ ਬਣਾਉਣ ਦੀਆਂ, ਕਿਸਾਨ ਦੀ ਜ਼ਿੰਮੇਵਾਰੀ ਲੈਣ ਤੋਂ ਭੱਜ ਰਹੇ। ਮੋਦੀ ਸਾਹਿਬ ਜ਼ਿੰਮੇਵਾਰੀ ਲਓ, ਕਿਸਾਨ ਦੇ ਹਿਤੈਸ਼ੀ ਬਣੋ, ਕਰਜ਼ਾ ਮਾਫ ਕਰੋ, MSP ਇਨਸ਼ੋਰ ਕਰੋ, ਬਾਕੀ ਫਸਲਾਂ ਦੀ ਵੀ ਕਰੋ, ਤੇ ਸਾਡੀ ਜਿਹੜੀ MSP ਸਾਨੂੰ ਮਿਲ ਰਹੀ ਹੈ ਉਹਨੂੰ ਰੋਕੋ ਨਾ, ਉਹਨੂੰ ਬਹਾਲ ਕਰੋ, ਉਹਦੇ ਤੇ ਪੱਕਾ ਪਹਿਰਾ ਦਿਓ। ਸਰ ਕਹਿੰਦੇ ਜੀ ਕਿ ਅਸੀਂ ਜਿਹੜਾ ਅਸਤੀਫਾ ਦਿੱਤਾ ਇਸ ਤੋਂ ਵੱਡੀ ਮਿਸਾਲ ਕੋਈ ਨਹੀਂ ਹੈਗੀ, ਕਿਉਂਕਿ ਕਿਸੇ ਵੀ ਅੱਜ ਤੱਕ ਲੀਡਰ ਨੇ ਕਿਸਾਨੀ ਕਰਕੇ ਅਸਤੀਫਾ ਨਹੀਂ ਦਿੱਤਾ ਤਾਂ ਇਤਿਹਾਸ ਕਾਇਮ ਹੋ ਗਿਆ। ਦੇਖੋ ਇਤਿਹਾਸ ਤਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਕਿਹਾ ਹੈ, ਭਗਵੰਤ ਮਾਨ ਜੀ ਨੇ ਇਤਿਹਾਸ ਦੱਸਤਾ ਕਿੰਨਾ ਕੁ ਇਤਿਹਾਸ ਹੈ, ਪਰ ਇੱਕ ਗੱਲ ਸਾਰਿਆਂ ਨੂੰ ਸਪਸ਼ਟ ਹੋਣੀ ਚਾਹੀਦੀ ਹੈ ਸਾਹਿਬ, 2 ਘੋੜਿਆਂ ਤੇ ਜਿਹੜੇ ਸਵਾਰ ਹੁੰਦੇ ਆ ਉਹਨਾਂ ਦਾ ਹਾਲ ਆਈ ਹੁੰਦਾ। ਦੇਖੋ ਕੀ ਹੋਇਆ, ਮੈਂ ਬੜੇ ਤੱਥ ਨਾਲ ਗੱਲ ਕਰੂੰਗਾ, ਸੌਰੀ ਉਸ 'ਚ ਸਮਾਂ ਤੁਹਾਡਾ ਲਊਂਗਾ, ਉਸ ਲੰਚ ਦਾ ਵੀ ਟਾਈਮ ਹੈ, ਪਰ ਇੱਕ ਮੈਂ ਤੁਹਾਨੂੰ ਜ਼ਰੂਰ ਦੱਸਣਾ ਚਾਹੂੰਗਾ, ਅਸਤੀਫਾ ਦਿੱਤਾ ਨਹੀਂ ਸਾਹਿਬ, ਲਿਆ ਗਿਆ। ਕਿਉਂ ਮੈਂ ਕਹਿ ਰਿਹਾ, ਤੁਸੀਂ ਯਾਦ ਕਰੋ ਜਿਸ ਦਿਨ 15 ਤਰੀਕ ਨੂੰ ਪਹਿਲੀ ਵਾਰੀ ਬੋਲੇ ਹੈ ਸੁਖਬੀਰ ਬਾਦਲ ਜੀ, ਉਸ ਦਿਨ ਐਸੈਂਸ਼ੀਅਲ ਕਮੋਡਿਟੀਜ਼ ਐਕਟ ਪੇਸ਼ ਹੋਇਆ ਸੀਗਾ, ਆ ਜਿਹੜਾ ਦੂਜਾ ਐਕਟ ਹੈ ਜੇ ਪੇਸ਼ ਨਹੀਂ ਸੀ ਹੋਇਆ, ਤੇ ਉਸ ਦਿਨ ਉਹਨਾਂ ਨੇ ਜਿਸ ਦਿਨ ਖੜੇ ਹੋ ਕੇ ਕਿਹਾ ਮੈਂ किसान हूँ और मैंने देखा कि जियो वाले सिम कार्ड पहले सस्ते दे के बाकी कंपनियां बंद करा दी, ये ਜਿਹੜਾ उस दिन किया उस दिन उन्होंने किते बीजेपी के खिलाफ नहीं बोले, वो किते मोदी साहब के खिलाफ तो बोलना ही की सी, ਤੇ ਨਾ ਹੀ ਉਹਨਾਂ ਨੇ ਸਿਰਫ ਇੰਨਾ ਕਿਹਾ ਵੀ ਮੈਂ ਇਸ ਐਸੈਂਸ਼ੀਅਲ ਕਮੋਡਿਟੀ ਕਾਨੂੰਨ ਜਿਹੜਾ ਹੈ ਆ ਕਿਸਾਨ ਵਾਸਤੇ ਘਾਤਕ ਸਾਬਤ ਹੋਊਗਾ, ਇਸ 'ਚ ਜਮਾਖੋਰੀ ਵਾਲਿਆ ਉਹਨਾਂ ਨੇ ਗੱਲ ਕੀਤੀ ਤਾਂ ਨਹੀਂ ਕੀਤੀ, ਪਰ ਮੈਂ ਕਹਿ ਰਿਹਾ ਵੀ ਆ ਜਮਾਖੋਰੀ ਕਾਨੂੰਨ ਹੈ। ਪਰ ਉਸ ਦਿਨ ਬੀਬਾ ਹਰਸਿਮਰਤ ਕੌਰ ਜੀ ਲੋਕ ਸਭਾ 'ਚ ਨਹੀਂ ਸੀ ਬੈਠੇ ਜਦੋਂ ਆ ਬੋਲ ਰਹੇ ਸੀਗੇ। ਕਿਉਂ? ਇਹ ਦੇਖੋ ਸੋਚਣੇ ਪੈਂਦੀਆਂ ਗੱਲਾਂ ਨੂੰ, ਥੋੜ੍ਹਾ ਜਿਹਾ ਕੋਖੋਂ ਸਾਰਿਆਂ ਦੇ ਸਮਝ ਆ ਜੂਗੀ। ਉਹਨਾਂ ਦਾ ਸੀ ਵੀ ਮੈਂ ਜਾ ਕੇ ਕਿਸਾਨਾਂ ਨੂੰ ਆਹ ਕਹਿ ਸਕੂੰਗਾ ਵੀ ਦੇਖੋ ਮੈਂ ਤੁਹਾਡੀ ਗੱਲ ਅੰਦਰ ਬੈਠ ਕੇ ਸਰਕਾਰ 'ਚ ਬੈਠ ਕੇ ਵੀ ਸਰਕਾਰ ਦੇ ਖਿਲਾਫ ਕਾਨੂੰਨ ਦਾ ਮੈਂ ਵਿਰੋਧ ਕਰਕੇ ਆਇਆ, ਤੇ ਬੀਬਾ ਜੀ ਜਾ ਕੇ ਮੋਦੀ ਸਾਹਿਬ ਨੂੰ ਕਹਿ ਦੇਣਗੇ ਵੀ ਜੀ ਉਹ ਸੁਖਬੀਰ ਜੀ ਕਰੀ ਜਾਂਦੇ, ਮੈਂ ਉਹਨਾਂ ਦੇ ਨਾਲ ਦੀ। ਉਹਨਾਂ ਦਾ ਅਸਤੀਫਾ ਦੇਣ ਦੇ ਬਾਅਦ ਵੀ ਬਿਆਨ ਆਇਆ ਬੀਬਾ ਜੀ ਦਾ ਵੀਡੀਓ, ਜਿਹੜਾ ਉਹਨਾਂ ਨੇ ਇੱਕ ਪੱਤਰਕਾਰ ਨਾਲ ਗੱਲ ਕਰਦੇ ਕਿਹਾ ਵੀ ਆਈ ਐਮ ਨਾਟ ਕਾਲਿੰਗ ਥੀਸ ਲਾਜ਼ ਐਜ਼ ਐਂਟੀ ਫਾਰਮਰ ਲਾਅ ਔਰ ਬਲੈਕ ਲਾਅ, ਕਾਲਾ ਕਾਨੂੰਨ ਨਹੀਂ ਕਹਿ ਰਹੀ, ਕਿਸਾਨ ਕਹਿ ਰਹੇ, ਕਿਸਾਨ ਕਮਲੇ। ਸੋ ਉਹਨਾਂ ਦਾ ਸੀਗਾ ਵੀ ਅੰਦਰ ਵੀ ਰਹਿ ਲਾਂਗੇ, ਕਿਸਾਨਾਂ ਨਾਲ ਵੀ ਸਕੀਰੀ ਪਾ ਲਾਂਗੇ ਤੇ ਇੱਧਰ। ਪਰ ਮੋਦੀ ਸਾਹਿਬ ਡਾਕਟਰ ਮਨਮੋਹਨ ਸਿੰਘ ਤਾਂ ਹੈ ਨਹੀਂ ਸਾਹਿਬ ਵੀ ਜਿਨ੍ਹਾਂ ਨੇ ਪੰਜਾਬ ਦੇਖ ਕੇ ਸਾਰਾ ਕੁਝ ਲੁਟਾਤਾ। ਉਹ ਮੋਦੀ ਸਾਹਿਬ ਸੀ, ਉਹਨਾਂ ਨੇ ਕਿਹਾ ਵੀ ਤੁਹਾਡੇ ਨਾਲ ਸਾਡਾ ਬੜਾ ਲੰਬਾ ਜਿਹੜਾ ਨੂੰਹ ਮਾਸ ਦਾ ਰਿਸ਼ਤਾ ਰਿਹਾ ਹੈ, ਤੇ ਇਸ ਕਰਕੇ ਇੰਨਾ ਕਿ ਤੁਹਾਨੂੰ ਮੈਂ ਦੇ ਦੇਣਾ ਲੀਵ ਹੈ, ਜਿਹਨੂੰ ਕਹਿੰਦੇ ਮਾੜੀ ਜੀ ਢਿੱਲ ਦੇ ਦੇਣਾ ਵੀ ਅਸਤੀਫਾ ਦੇ ਦਿਓ, ਉਹਨੂੰ ਮੈਂ ਬਰਖਾਸਤ ਕਰਨ ਲੱਗਿਆ। ਤੇ ਉਹ ਜਿਹੜਾ ਸਮਾਂ ਦਿੱਤਾ, ਇਸੇ ਕਰਕੇ ਯਾਦ ਕਰੋ ਜਿਸ ਦਿਨ ਦੁਬਾਰਾ ਬਿੱਲ ਪੇਸ਼ ਹੋਏ ਤੇ ਸੁਖਬੀਰ ਬਾਦਲ ਜੀ ਨੂੰ ਸਪੀਕਰ ਨੇ ਆ ਨਹੀਂ ਕਹਿਣ ਦਿੱਤਾ ਵੀ ਮੈਂ ਅਸਤੀਫਾ ਦੇ ਰਿਹਾ, ਮੈਂ ਉਹਨੇ ਬੰਦ ਕਰਾਤਾ। ਜਦੋਂ ਆਏ ਅੰਦਰੋਂ ਸਪੀਕਰ ਸਾਹਿਬ ਉਹ ਕਹਿੰਦੇ ਮੇਰੀ ਗੱਲ ਸੁਣੋ, ਕਹਿੰਦੇ ਬਹਿ ਜਾ। ਇੱਕ ਐਡਾ ਸੀਨੀਅਰ ਪਾਰਟਨਰ ਹੋਵੇ ਸਰਕਾਰ ਦਾ, ਜਿਨ੍ਹਾਂ ਦੀ ਵਾਈਫ ਉੱਥੇ ਮੰਤਰੀ ਹੋਣ, ਤੇ ਉਹਨਾਂ ਨੂੰ ਬੋਲਣ ਨਾ ਦੇਣ, ਸਾਹਿਬ ਆਹ ਨਾ ਕਹਿਣ ਦੇਣ ਮੈਂ ਅਸਤੀਫਾ ਦੇ ਰਿਹਾ, ਕਿਉਂਕਿ ਮੋਦੀ ਸਾਹਿਬ ਨੇ ਕਿਹਾ ਵੀ ਇਹਨੂੰ ਸ਼ਹੀਦ ਨਾ ਬਣ ਦਿਓ, ਮੈਨੂੰ ਕੰਨੋਂ ਫੜ ਕੇ ਬਾਹਰ ਕੱਢਣੇ ਅਕਾਲੀਆਂ ਨੂੰ। ਆ ਹੋਇਆ ਉਹਨਾਂ ਦੇ ਨਾਲ, ਇਹਨੂੰ ਤੁਸੀਂ ਬੇਇੱਜ਼ਤੀ ਕਹਿ ਲਓ, ਇਹਨੂੰ ਕੁਰਬਾਨੀ ਕਹਿ ਲਓ। ਦੇਖੋ माल गड्डियां बॉर्डर की बात की, कौन सा अलग बॉर्डर आप कह रहे थे कि अलग बॉर्डर बन सकता है? मैंने बॉर्डर बनने की बात नहीं की साहब, मैं क्या हम तो बॉर्डर खुलाने की बात कर रहे थे, पाकिस्तान के साथ बॉर्डर खुले ताकि यहाँ की हमारे पंजाब की और ख़ास तौर पे माझे की जो इकॉनमी है इसको फ़ायदा मिले। और हमारी तो रेलवे रोकी जा रही है, कैसे हालात बनते जा रहे हैं। हम देश के अंदर भी हमारे साथ वो सलूक किया जा रहा है, ब्लॉकेड किया जा रहा है। ये रेलवे माल गड्डियां की गल की माल गड्डियां राਹੀਂ ਕਾਫੀ ਕੋਲਾ ਆਉਂਦਾ ਸੀਗਾ ਜਾਂ ਇੱਥੋਂ ਵੀ ਜਿਹੜੀ ਫਸਲ ਦੀ ਬਾਹਰ ਜਾਣੀ ਸੀਗੀ। ਹੁਣ ਉਹਨਾਂ ਨੇ ਕਹਿਤਾ ਕਿ ਪੈਸੇਂਜਰ ਗੱਡੀਆਂ ਚੱਲਣਗੀਆਂ ਤੇ ਮਾਲ ਗੱਡੀਆਂ ਚੱਲਣ ਦੇਣੀਆਂ ਕੇਂਦਰ ਨੇ। ਕੀ ਗੱਲ ਇਹਦੇ ਬਾਰੇ? ਦੇਖੋ ਸਾਹਿਬ ਇਹ ਤਾਂ ਬਾਨੇਬਾਜ਼ੀ ਹੈ। ਤੁਸੀਂ ਉਹਦੀ ਮੇਮਣੇ ਦੀ ਤੇ ਉਹਦੀ ਭੇੜੀਏ ਦੀ ਗੱਲ ਨਹੀਂ ਸੁਣੀ ਵੀ ਆਪਾਂ ਕਹਿੰਦਾ ਜੀ ਪਾਣੀ ਝੂਠਾ ਕਰੀ ਜਾਂਦਾ ਮੈਂ ਤੈਨੂੰ ਖਾਣਾ ਹੈ, ਉਹ ਕਹਿੰਦਾ ਨਹੀਂ ਜੀ ਪਾਣੀ ਤਾਂ ਉਧਰੋਂ ਹੇਠਾਂ ਥੋੜੇ ਕਿ ਨਹੀਂ ਤੁਰਿਆ ਜਾਂਦਾ, ਕਹਿੰਦਾ ਚਲੋ ਫਿਰ ਤੇਰੇ ਕਿਤੇ ਹੋਰ ਕੀਤਾ ਹੋਣਾ। ਉਹਨਾਂ ਨੇ ਪੰਜਾਬ ਦੇ ਘੁੱਟਨੇ ਟੇਕਣ ਦਾ ਇੱਕ ਮਨ ਬਣਾ ਰੱਖਿਆ, ਪੰਜਾਬ ਨੂੰ ਸਬਕ ਸਿਖਾਉਣ ਦਾ ਮਨ ਬਣਾ ਰੱਖਿਆ। ਉਹਦੇ ਵਾਸਤੇ ਨਾ ਤਾਂ ਜੇ ਪੈਸੇਂਜਰ ਵੀ ਚੱਲ ਜਾਣਗੀਆਂ, ਉਹ ਵੀ ਚੱਲ ਜਾਣਗੀਆਂ, ਜੇ ਸਵੇਰੇ ਅਸੀਂ ਕਹਿ ਦਈਏ ਵੀ ਇਹ ਕਾਲੇ ਕਾਨੂੰਨ ਸਾਨੂੰ ਮਨਜ਼ੂਰ ਹੈ, ਕਿਸਾਨੀ ਮਾਰਨਾ ਸਾਨੂੰ ਮਨਜ਼ੂਰ ਹੈ, ਜੇ ਕੁਰਸੀ ਬਚਾ ਕੇ ਰੱਖਣੀ ਹੈ ਕੈਪਟਨ ਸਾਹਿਬ ਤਾਂ ਸਾਰਾ ਕੁਝ ਮੰਨਣਾ ਪਊਗਾ। ਪਰ ਮੈਂ ਸਮਝਦਾ ਵੀ ਪੰਜਾਬ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਸਾਹਿਬ। ਮੈਂ ਕੋਈ ਭਵਿੱਖਬਾਣੀ ਨਹੀਂ ਕਰਦਾ, ਬਟ ਆਈ ਥਿੰਕ ਪੰਜਾਬ ਦੇ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਇਹਨਾਂ ਹਾਲਾਤਾਂ ਦੇ ਵਿੱਚ ਚੀਫ ਮਿਨਿਸਟਰ ਅਸਤੀਫਾ ਦੇਣ ਨੂੰ ਫਿਰਦੇ ਹੈ, ਉਹ ਘੁੱਟਨੇ ਟਿਕਾਣ ਨੂੰ ਹੋਏ ਖੜੇ ਹੈ। ਇਹਦਾ ਕਨਫਰੰਟੇਸ਼ਨ ਦਾ ਨਤੀਜਾ ਕੁਝ ਵੀ ਨਿਕਲ ਸਕਦਾ ਹੈ। ਮਤਲਬ ਗਵਰਨਰੀ ਰਾਜ
ਰਾਜ ਜਾਂ ਸਰਕਾਰ ਬਰਖਾਸਤ ਕਰ ਸਕਦੀ, ਲੱਗਦਾ ਤੁਹਾਨੂੰ ਇਸ ਤਰ੍ਹਾਂ? सरफरोशी की तमन्ना अब हमारे दिल में है, देखना है जोर कितना बाजुए कातिल में। ਅਸੀਂ ਤਾਂ ਲਈ ਫਿਰਦੇ ਹਾਂ ਸਭ, ਅਸੀਂ ਤਾਂ ਲਈ ਫਿਰਦੇ ਹਾਂ ਜੇ ਇਸੇ ਤਰ੍ਹਾਂ ਪੰਜਾਬ ਦੇ ਹਿੱਤ ਬਚਾਉਣ ਵਾਸਤੇ ਸਾਨੂੰ ਜੇ ਜੋ ਕੁਝ ਵੀ ਕਰਨਾ ਪਿਆ ਸਾਹਿਬ ਉਹ ਤਾਂ ਫੈਸਲਾ ਕੈਪਟਨ ਅਮਰਿੰਦਰ ਸਿੰਘ ਜੀ ਨੇ, ਮੁੱਖ ਮੰਤਰੀ ਸਾਹਿਬ ਨੇ ਕਰਨਾ ਹੈ, ਪਰ ਪਾਰਟੀ ਉਹਨਾਂ ਦੇ ਨਾਲ ਖੜੀ ਹੈ। ਜੇ ਉਹ ਕਹਿਣ ਵੀ ਸਵੇਰੇ ਮੈਂ ਸਰਕਾਰ ਨੂੰ ਡਿਸਮਿਸ ਕਰਦਾ, ਲੋਕਾਂ ਦੀ ਰਾਏ ਲਈਏ, ਅਸੀਂ ਤਿਆਰ ਖੜੇ ਹਾਂ, ਡਟ ਕੇ ਖੜੇ ਹਾਂ ਪੰਜਾਬ ਦੇ ਲੋਕ ਨਾਲ। ਥੈਂਕ ਯੂ।